खजाना मंत्री मीडिया ਨੂੰ ਸੰਬੋਧਨ ਕਰ ਰਹੇ ਨੇ। ਹਰਪਾਲ ਚੀਮਾ ਪ੍ਰੈਸ ਕਾਨਫਰੰਸ ਵਿੱਚ ਸਿੱਧਾ ਤੁਹਾਨੂੰ ਲੈ ਕੇ ਚੱਲਦੇ ਹਾਂ। ਪੰਜਾਬ ਦੇ ਰੈਵਨਿਊ ਦੇ ਵਿੱਚ ਕਿੰਨਾ ਵਾਧਾ ਹੋਇਆ ਇਹਦੇ ਬਾਰੇ ਗੱਲ ਕਰਨ ਲਈ ਤੁਹਾਡੇ ਨਾਲ ਅਸੀਂ ਅੱਜ ਆਏਾਂਗੇ। ਜੇ ਕੰਪੇਅਰ ਕਰੀਏ 2021 ਦੇ ਅੰਕੜਿਆਂ ਦੇ ਮੁਤਾਬਕ ਤਾਂ ਮੈਂ ਸਮਝਦਾ ਬਹੁਤ ਵੱਡਾ ਇੱਕ ਫੇਰ ਬਦਲ ਹੋਇਆਗਾ। ਔਰ ਅਪ੍ਰੈਲ 21 ਦੇ ਵਿੱਚ 2021 ਦੇ ਵਿੱਚ ਅਪ੍ਰੈਲ ਮਹੀਨੇ ਜਿਹੜੀ GST ਦੀ ਕਲੈਕਸ਼ਨ ਸੀਗੀ ਉਹ 1924 ਕਰੋੜ ਰੁਪਏ ਸੀ। ਅਪ੍ਰੈਲ ਮਹੀਨੇ ਦੀ ਮੈਂ ਗੱਲ ਕਰਦਾ 2021 ਦੀ। 2022 ਸਰਕਾਰ ਚੇਂਜ ਹੋਣ ਤੋਂ ਬਾਅਦ ਜਦੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ, ਮਾਨ ਸਾਹਿਬ ਪੰਜਾਬ ਦੇ ਮੁੱਖ ਮੰਤਰੀ ਬਣੇ, ਪਹਿਲੇ ਮਹੀਨੇ 1994 बेशक ग्रोथ हुई घट हुई पर लेकिन 3.64% की ग्रोथ जी वो पहले महीने अप्रैल के पहले महीने जी वो दर्ज की गई। दूसरा महीना मई का आउंदागा। मई 2021 पंजाब की जी GST की कलैक्शन सी वो 1266 करोड़ रुपए सी। 1266 करोड़ रुपए। 2022 मई उही कलैक्शन 1833 करोड़ रुपया। 1833 करोड़ रुपया 1266 तो बढ़ के 1833 करोड़ रुपए की जी वो GST की कलैक्शन हुई है। और लगभग 44.79% का वाधा वो मई महीने के रिकॉर्ड एक वाधा जो नोट किया गया, रिकॉर्ड वाधा GST की कलैक्शन होयागा। इस तरीके जून महीने की गल करते हैं 2021 के 1111 करोड़ रुपए की कलैक्शन हुई। और जून 2022 जो लंघिया महीना 1683 करोड़ की जी वाधा होया और 572 करोड़ की जी ग्रोथ हुई। और 51.49% 51.49% का जो रिकॉर्ड वाधे की GST कलैक्शन के पंजाब दे विच होया। इस तरह जुलाई की मैं गल करदा क्योंकि जुलाई जिहड़ा कल ही खत्म होया उहदे विच 2021 दे विच 1533 करोड़ रुपए की 1533 करोड़ रुपए की कलैक्शन सी। और 2022 जुलाई दे विच 1733 यानी कि 13.5% का वाधा रिकॉर्ड किया गया। कुल इन्हां 4 महीनों के दौरान ਜਿਹੜੇ 4 महीने लंघे ने इन्हां 4 महीनों के दौरान जी 24.15% का एक रिकॉर्ड वाधा जोड़ा है वो GST की कलैक्शन के होयागा। और इस तो बिना मैं गल करनी चाहांगा कि जी CCL लिमिट सीगी जी CCL लिमिट सीगी उहदा सब तो पहला 2017 के CCL लिमिट का सामने आया सीगा 30,584 करोड़ रुपए। 30,584 करोड़ रुपए सी। और वो जो लॉन्च कन्वर्ट होया उस समय की गौरमेंट श्रोमणी अकाली दल BJP की गौरमेंट ने केंद्र सरकार नाल वो जिहड़ा होया सी उहनूं लॉन्च कन्वर्ट किया तो 270 करोड़ रुपए की जिहड़ी किस्त आ उस समय बनी। और 17 साल दे लॉन्च कन्वर्ट हुई 2017 तो लैके 2034 तक 2017 तो लैके 2034 तक वो लोन जिहड़ा हैगा वो सरकार ने देना सीगा। उहदे विच सरकार ने नैगोशिएशन की गौरमेंट ऑफ इंडिया दे नाल कीती, RBI दे नाल कीती, नैगोशिएशन करके जिहड़ा ब्याज 8.25% सीगा, जिहड़ा ब्याज 8.25% सीगा वो घटा के 7.33% होया। और लगभग 3094 करोड़ रुपये का जोड़ा है वो पंजाब नूं फायदा होया, साडे खजाने नूं फायदा होया। और जिहड़ा लोन 2034 खत्म होना सी, जिहड़ा लोन पंजाब का 2034 खत्म होना सी वो लोन जिहड़ा है हुण 2033 खत्म होगा। एक वड्डी प्राप्ति जिहड़ी आ वो पंजाब सरकार ने की आ, सरदार भगवंत सिंह मान जी की सरकार ने की आ। इस तरह जे मैं गल करा कुल डैट की क्योंकि बहुत सारिया र्यूमर्स बहुत सारिया अफवाहां
ਪੁਰਾਣੀਆਂ ਸਰਕਾਰਾਂ ਦੇ ਲੋਕ, ਪੋਲੀਟੀਕਲ ਪਾਰਟੀਆਂ, ਚਾਹੇ ਅਕਾਲੀ ਦਲ ਆ, ਚਾਹੇ ਬੀਜੇਪੀ ਆ, ਚਾਹੇ ਕਾਂਗਰਸ ਪਾਰਟੀ ਆ, ਲਗਾਤਾਰ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਯਤਨ ਕਰ ਰਹੀਆਂ ਨੇਗੀਆਂ। ਪੰਜਾਬ ਦੇ ਵਿੱਚ ਜਿੰਨਾ ਕਰਜ਼ਾ ਸੀਗਾ, ਅਪ੍ਰੈਲ ਦੇ ਵਿੱਚ ਅਸੀਂ ਜਿਹੜਾ ਉਹਦੀ ਪ੍ਰਿੰਸੀਪਲ ਅਮਾਉਂਟ ਵਜੋਂ 1362.96% ਵਾਪਸ ਕੀਤਾ, ਇੰਟਰਸਟ 1099 ਕਰੋੜ ਰੁਪਈਆ ਵਾਪਸ ਕੀਤਾ, ਟੋਟਲ ਜਿਹੜਾ 2452 ਜਿਹੜਾ 0.58% ਜਿਹੜਾ ਅਸੀਂ ਉਹ ਰਿਟਰਨ ਕੀਤਾ। ਮੇਰਾ ਕਹਿਣ ਦਾ ਭਾਵ ਲਗਭਗ 952.58% ਜਿਹੜਾ ਹੈਗਾ ਅਸੀਂ ਐਡੀਸ਼ਨਲ ਪੇਮੈਂਟ ਕੀਤੀ, ਜਦ ਕਿ ਅਸੀਂ ਲੋਨ ਕਿੰਨਾ ਰੇਜ਼ ਕੀਤਾ, ਮੈਂ ਲੋਨ ਬਾਰੇ ਵੀ ਦੱਸਾਂ ਕਿਉਂਕਿ ਫਿਰ ਤੁਸੀਂ ਸਵਾਲ ਆਊਗਾ। 1500 ਕਰੋੜ ਰੁਪਏ ਦਾ ਲੋਨ ਰੇਜ਼ ਕੀਤਾ, ਵਾਪਸ ਕਿੰਨਾ ਕੀਤਾ, 2452.58 ਜਿਹੜਾ ਹੈਗਾ ਪੈਸੇ। ਇਸੇ ਤਰ੍ਹਾਂ ਮਈ ਦੀ ਗੱਲ ਕਰ ਲਈਏ, ਜੂਨ ਦੀ ਗੱਲ ਕਰ ਲਈਏ, ਜੁਲਾਈ ਦੀ ਗੱਲ ਕਰ ਲਈਏ, ਐਂਡ ਦੇ ਉੱਤੇ ਮੈਂ ਦੱਸਣਾ ਚਾਹਾਂਗਾ ਕਿ ਅਸੀਂ ਪ੍ਰਿੰਸੀਪਲ ਅਮਾਉਂਟ ਇਹਨਾਂ 4 ਮਹੀਨਿਆਂ ਦੇ ਦੌਰਾਨ ਜਿਹੜਾ ਪੰਜਾਬ ਸਰਕਾਰ ਤੇ ਕਰਜ਼ਾ ਗਾ, ਜਿਹੜਾ ਪੁਰਾਣੀਆਂ ਸਰਕਾਰਾਂ ਨੇ ਵੀ ਲਿਆ ਹੋਇਆ, ਔਰ ਉਹਦੇ ਵਿੱਚੋਂ 5520.34 ਕਰੋੜ ਰੁਪਈਆ ਜਿਹੜਾ ਸੀਗਾ ਉਹ ਸੀ ਪ੍ਰਿੰਸੀਪਲ ਅਮਾਉਂਟ ਜਿਹੜੀ ਆ ਉਹ ਪੁਰਾਣੇ ਕਰਜ਼ੇ ਦੀ ਪੰਜਾਬ ਸਰਕਾਰ ਨੇ ਇਹਨਾਂ 4 ਮਹੀਨਿਆਂ ਦੇ ਦੌਰਾਨ ਪੇ ਕੀਤੀ ਆ। 5520 5520 ਇਸੇ ਤਰ੍ਹਾਂ ਇੰਟਰਸਟ ਸੀ ਜਿਹੜਾ, ਕਿਉਂਕਿ ਇੰਟਰਸਟ ਵੀ ਲਗਭਗ 2.5 ਲੱਖ ਕਰੋੜ ਦਾ ਇੰਟਰਸਟ ਵੀ ਲਗਭਗ ਬਰਾਬਰ ਹੀ ਹੋ ਜਾਂਦਾ ਹੈਗਾ। 4846 ਕਰੋੜ ਰੁਪਈਆ ਜਿਹੜਾ ਹੈਗਾ ਅਸੀਂ ਇੰਟਰਸਟ ਇਹਨਾਂ 4 ਮਹੀਨਿਆਂ ਦੇ ਦੌਰਾਨ ਉਸ ਲੋਨ ਦਾ ਜਿਹੜਾ ਹੈਗਾ ਉਹ ਵਾਪਸ ਕੀਤਾ ਗਿਆ। ਕਹਿਣ ਦਾ ਭਾਵ ਕੁੱਲ ਟੋਟਲ ਅਸੀਂ 10,366, ਇਹ ਪੰਜਾਬ ਗਵਰਨਮੈਂਟ ਦਾ, ਕਿਉਂਕਿ ਬਹੁਤ ਸਾਰੀਆਂ ਹੋਰ ਕਾਰਪੋਰੇਸ਼ਨ ਵੀ ਨੇਗੀਆਂ, ਪੰਜਾਬ ਗਵਰਨਮੈਂਟ ਦਾ 10,366 ਕਰੋੜ ਰੁਪਈਆ ਜਿਹੜਾ ਹੈਗਾ ਉਹ ਪ੍ਰਿੰਸੀਪਲ ਅਮਾਉਂਟ ਅਤੇ ਇੰਟਰਸਟ ਵਜੋਂ ਗਵਰਨਮੈਂਟ ਆਫ ਇੰਡੀਆ ਨੂੰ ਜਿਹੜਾ ਰੀਪੇ ਕੀਤਾ ਗਿਆ। ਲੋਨ ਕਿੰਨਾ ਲਿਆ? ਲੋਨ ਅਸੀਂ ਲਿਆ ਪੰਜਾਬ ਸਰਕਾਰ ਨੇ ਇਸ ਸਮੇਂ ਦੌਰਾਨ 8100 ਕਰੋੜ ਰੁਪਈਆ। ਵਾਪਸ ਕਿੰਨੇ ਕੀਤੇ? 10,366। ਲੋਨ ਕਿੰਨਾ ਰੇਜ਼ ਕੀਤਾ? 8100। यानी कि सरकार ने अपने रेवेन्यू सोर्सेस पैदा करके, अपनी जीएसटी की कलैक्शन बढ़ा के, अपनी एक्साइज की पॉलिसी की जी उतों पैसे इकट्ठे करके उस पॉलिसी बना के लगभग 2266 करोड़ रुपया 2266 करोड़ रुपया जोड़ा है वाधू डेट की सर्विस की, कर्जे का ब्याज भी मोड़िया ਅਤੇ कर्जा भी मोड़िया। ये जी लोन की सिचुएशन है। इस तरह सरकार ने हुण तक 4 महीनों के दौरान ਜਿਹੜੀਆਂ ਵੱਖ-ਵੱਖ ਪਹਿਲ ਕਦਮੀਆਂ ਕਰਦੇ ਹੋਏ ਵੱਖ-ਵੱਖ ਸਕੀਮਾਂ ਦੇ ਉੱਤੇ ਜਿਹੜੀ ਆਰਥਿਕ ਤੌਰ ਤੇ ਪੈਕੇਜ ਦਿੱਤੇ ਜਾਂ ਆਰਥਿਕ ਤੌਰ ਤੇ ਸਹਾਇਤਾ ਦਿੱਤੀ ਡਿਪਾਰਟਮੈਂਟਸ ਨੂੰ, ਉਹਦੇ ਵਿੱਚੋਂ ਸਭ ਤੋਂ ਪਹਿਲਾਂ ਕੋਆਪਰੇਸ਼ਨ ਡਿਪਾਰਟਮੈਂਟ ਦੇ ਵਿੱਚ ਜਿਹੜਾ ਬੈਂਕ ਆ, ਪੰਜਾਬ ਸਟੇਟ ਐਗਰੀਕਲਚਰ ਕੋਆਪਰੇਸ਼ਨ ਬੈਂਕ PSACB, ਜਿਹੜੇ ਤੇ ਮੈਂ ਸਮਝਦਾ ਬਹੁਤ ਵੱਡਾ ਕਰਜ਼ਾ ਚੜਿਆ ਹੋਇਆ ਸੀਗਾ, ਔਰ ਇਹ ਜਿਹੜਾ ਬੈਂਕ ਆ ਸਿੱਧੇ ਤੌਰ ਤੇ ਪੰਜਾਬ ਦੇ ਫਾਰਮਰ ਦੇ ਨਾਲ ਜੁੜਿਆਗਾ, ਪੰਜਾਬ ਦੇ ਕਿਸਾਨਾਂ ਦੇ ਨਾਲ ਜੁੜਿਆਗਾ, ਕਿਸਾਨਾਂ ਨਾਲ ਸੰਬੰਧਿਤ ਲੋਕਾਂ ਨਾਲ ਜੁੜਿਆ ਹੋਇਆਗਾ, ਜਿਹੜੇ ਕਿਸਾਨਾਂ ਨੂੰ ਕਰਜ਼ੇ ਦਿੰਦਾ ਉਹ ਬੈਂਕ ਹੈਗਾ। ਔਰ ਇਹਨੂੰ ਪਹਿਲਾਂ ਫਸਟ ਤੌਰ ਤੇ ਜਿਹੜਾ ਹੈਗਾ 500 ਕਰੋੜ ਰੁਪਏ ਦਾ ਬਜਟ ਅਸੀਂ ਰੱਖਿਆ ਸੀਗਾ, ਔਰ ਅਸੀਂ 525 ਕਰੋੜ ਰੁਪਏ ਦੇ ਕੇ ਜਿਹੜਾ ਬੈਂਕ ਆ PSAB ਜਿਹੜਾ ਇਹਨੂੰ ਅਸੀਂ ਬੇਲ ਆਊਟ ਕੀਤਾਗਾ। ਯਾਨੀ ਇਸ ਬੈਂਕ ਨੂੰ ਅਸੀਂ NPA ਹੋਣ ਤੋਂ ਪੰਜਾਬ ਸਰਕਾਰ ਨੇ ਬਚਾਇਆਗਾ। ਇੱਕ ਵੱਡੀ ਸਹਾਇਤਾ ਜਿਹੜੀ ਆ ਉਹ ਪੰਜਾਬ ਸਟੇਟ ਐਗਰੀਕਲਚਰ ਕੋਆਪਰੇਟਿਵ ਬੈਂਕ ਨੂੰ ਪੰਜਾਬ ਸਰਕਾਰ ਵੱਲੋਂ ਇਹਨਾਂ 4 ਮਹੀਨਿਆਂ ਦੇ ਦੌਰਾਨ ਜਿਹੜੀ ਦਿੱਤੀ ਗਈ ਆ। ਇਸੇ ਤਰ੍ਹਾਂ ਜਿਹੜੀ ਪੈਨਸ਼ਨਰ ਸੀ, ਇਸੇ ਬੈਂਕ ਦੇ ਪੈਨਸ਼ਨਰ ਲਗਭਗ ਜਿਨ੍ਹਾਂ ਨੇ 2010 ਚ ਪੈਨਸ਼ਨਰ ਜਿਨ੍ਹਾਂ ਨੇ 2010 ਦੇ ਵਿੱਚ ਆਪਣਾ ਕੇਸ ਮਾਨਯੋਗ ਸੁਪਰੀਮ ਕੋਰਟ ਤੋਂ ਜਿੱਤ ਚੁੱਕੇ ਸੀ, ਪੈਨਸ਼ਨ ਨਾਲ ਸੰਬੰਧਿਤ ਕੇਸ ਸੀਗਾ, ਔਰ 2010 ਤੋਂ ਲੈ ਕੇ ਕਿਸੇ ਵੀ ਗਵਰਨਮੈਂਟ ਨੇ
ਜਿੰਨੀਆਂ ਵੀ ਗਵਰਨਮੈਂਟਾਂ ਪੰਜਾਬ 'ਚ ਰਹੀਆਂ, ਸ਼੍ਰੋਮਣੀ ਅਕਾਲੀ ਦਲ ਬੀਜੇਪੀ ਦੀ ਗਵਰਨਮੈਂਟ ਰਹੀ, ਕਾਂਗਰਸ ਪਾਰਟੀ ਦੀ ਗਵਰਨਮੈਂਟ ਪੰਜਾਬ 'ਚ ਰਹੀ, ਕਿਸੇ ਨੇ ਮੁਲਾਜ਼ਮਾਂ ਦੀ ਬਾਹ ਨਹੀਂ ਫੜੀ। ਔਰ ਪਹਿਲੀ ਵਾਰ ਹੋਇਆ ਕਿ 188 ਕਰੋੜ ਰੁਪਏ ਦੀ ਉਹਨਾਂ ਦੀ ਲਾਇਬਿਲਿਟੀ ਸੀ, 188 ਕਰੋੜ ਦੀ ਪੂਰੀ ਲਾਇਬਿਲਿਟੀ ਜਿਹੜੀ ਆ ਉਹ ਸਰਕਾਰ ਵੱਲੋਂ ਨਿਭਾ ਦਿੱਤੀ ਗਈ ਆ। ਅਸੀਂ ਆਪਣੇ ਵੱਲੋਂ ਸਾਰੇ ਪੈਸੇ ਉਹ ਜਾਰੀ ਕਰ ਦਿੱਤੇ ਗਏ ਨੇ। ਇਸੇ ਤਰ੍ਹਾਂ ਸ਼ੂਗਰ ਕੇਨ ਦੇ ਪੈਸੇ ਸੀ, ਉਹ ਵੀ ਕੋਆਪਰੇਸ਼ਨ ਡਿਪਾਰਟਮੈਂਟ ਦੇ ਅੰਡਰ ਆਉਂਦਾ ਗਾ। ਉਹਦੇ ਵਿੱਚ ਅਸੀਂ ਬਜਟ ਦੇ ਵਿੱਚ 200 ਕਰੋੜ ਦਾ ਪ੍ਰਬੰਧ ਕੀਤਾ ਸੀਗਾ। ਅਸੀਂ ਉਹਦੇ ਵਿੱਚੋਂ 100 ਕਰੋੜ ਰੁਪਇਆ ਜਿਹੜਾ ਹੈਗਾ ਉਹ ਤੁਰੰਤ ਫਾਰਮਰ ਦੇ ਖਾਤਿਆਂ ਦੇ ਵਿੱਚ ਭੇਜ ਚੁੱਕੇ ਆ। ਜਿਹੜੇ ਮਿਲ ਨੇਗੇ ਜਾਂ ਜਿਹੜਾ ਡਿਪਾਰਟਮੈਂਟ ਦੇ ਅਧਿਕਾਰੀ ਨੇ ਉਹਨੂੰ ਜਾਰੀ ਕਰ ਚੁੱਕੇ ਆ, ਤਾਂ ਕਿ ਜਿਹੜਾ ਹੈਗਾ ਫਾਰਮਰ ਨੂੰ ਉਹਨਾਂ ਦਾ ਪੈਸਾ ਮਿਲ ਸਕੇ। ਇਸੇ ਤਰ੍ਹਾਂ ਪੰਜਾਬ ਦੀ ਇੱਕ ਹੋਰ ਵੱਡੀ ਕਾਰਪੋਰੇਸ਼ਨ ਜਿਹੜੀ ਮੈਂ ਸਮਝਦਾ ਫਿਰ ਇੱਕ ਪੰਜਾਬ ਦੇ ਲੋਕਾਂ ਨੂੰ ਬਹੁਤ ਸਾਰੀਆਂ ਸਹੂਲਤਾਂ ਦਿੰਦੀ ਆ, ਪਨਸਪ ਦੇ ਉੱਤੇ ਬਹੁਤ ਵੱਡਾ ਜਿਹੜਾ ਇੱਕ ਕਰਜ਼ਾ ਸੀਗਾ, ਉਹ ਵੀ ਜਿਹੜਾ NPA ਹੋ ਰਿਹਾ ਸੀਗਾ, ਉਹਦੇ ਵਿੱਚ ਵੀ ਅਸੀਂ ਜਿਹੜਾ ਹੈਗਾ 350 ਕਰੋੜ ਦੇ ਵਿੱਚੋਂ ਜਾਰੀ ਕਰ ਰਹੇ ਹਾਂਗੇ। ਪਰ ਲੇਕਿਨ ਮੈਂ ਸਪਸ਼ਟ ਕਰਦਾ ਕਿ 50 ਕਰੋੜ ਦੀ ਪਹਿਲੀ ਕਿਸ਼ਤ ਜਿਹੜੀ ਆ ਅਸੀਂ ਉਹ ਵੀ ਜਿਹੜੀ ਕਾਰਪੋਰੇਸ਼ਨ ਨੂੰ ਜਾਰੀ ਕਰ ਚੁੱਕੇ ਹਾਂ ਪਨਸਪ ਨੂੰ, ਤਾਂ ਕਿ ਉਹ ਆਪਣੀਆਂ ਜਿਹੜੀਆਂ ਲਾਇਬਿਲਿਟੀਜ਼ ਨੇ ਉਹਨਾਂ ਤੋਂ ਸੁਰੱਖਿਅਤ ਹੋਵੇ। ਇਸੇ ਤਰ੍ਹਾਂ ਜੇ ਮੈਂ ਗੱਲ ਕਰਾਂ ਜਿਹੜੀ ਨਵੀਂ ਸਕੀਮ ਮਾਨਯੋਗ ਸਰਦਾਰ ਭਗਵੰਤ ਸਿੰਘ ਮਾਨ ਜੀ ਮੁੱਖ ਮੰਤਰੀ ਸਾਹਿਬ ਨੇ ਲਾਂਚ ਕੀਤੀ ਸੀ ਮੂੰਗ ਦਾਲ ਦੀ ਕਲਟੀਵੇਸ਼ਨ ਦੀ, ਕਿ ਮੂੰਗ ਦਾਲ ਦੀ ਕਲਟੀਵੇਸ਼ਨ ਤੀਜੀ ਫਸਲ ਦੇ ਲਈ ਪੰਜਾਬ ਦੇ ਕਿਸਾਨ ਨੂੰ ਉਤਸ਼ਾਹਿਤ ਕੀਤਾ ਸੀ। ਔਰ ਉਹਦੇ ਲਈ ਅਸੀਂ 100 ਕਰੋੜ ਰੁਪਏ ਦਾ ਉਹ ਬੰਦ ਕੀਤਾ ਸੀਗਾ। ਔਰ ਉਹ 100 ਕਰੋੜ ਦੇ ਵਿੱਚੋਂ 66.56 ਕਰੋੜ ਰੁਪਇਆ ਜਿਹੜਾ ਹੈਗਾ ਅਸੀਂ ਉਹ ਜਾਰੀ ਕਰ ਚੁੱਕੇ ਹਾਂਗੇ। ਔਰ ਰਹਿੰਦੀ ਜਿਹੜੀ ਅਮਾਊਂਟ ਹੈਗੀ ਉਹ ਵੀ ਬੜੀ ਜਲਦੀ ਅਸੀਂ ਜਾਰੀ ਕਰ ਦਿਆਂਗੇ। ਇਸੇ ਤਰ੍ਹਾਂ ਜਿਹੜਾ ਡਾਇਰੈਕਟ ਸਿੱਧੀ ਬਚਾਈ, ਕਿਸਾਨਾਂ ਨੂੰ ਪਾਣੀ ਧਰਤੀ ਹੇਠਲਾ ਪਾਣੀ ਕਿਵੇਂ ਬਚਾਉਣਾਗਾ, ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਯੋਜਨਾ ਜਿਹੜੀ ਆ ਬਣਾ ਕੇ ਪੰਜਾਬ ਦੇ ਕਿਸਾਨ ਦੇ ਸਾਹਮਣੇ, ਪੰਜਾਬ ਦੇ ਫਾਰਮਰ ਦੇ ਸਾਹਮਣੇ ਰੱਖੀ ਸੀ ਕਿ ਤੁਸੀਂ ਝੋਨੇ ਦੀ ਸਿੱਧੀ ਬਿਜਾਈ ਕਰੋ, DSR ਟੈਕਨੀਕ ਦੇ ਰਾਹੀਂ ਬਿਜਾਈ ਕਰੋ, ਸਰਕਾਰ ਤੁਹਾਨੂੰ 1500 ਪ੍ਰਤੀ ਏਕੜ ਮੁਆਵਜ਼ਾ ਦੇਊਗੀ। ਔਰ ਉਹਦੇ ਵਿੱਚ ਵੀ ਅਸੀਂ 450 ਕਰੋੜ ਦਾ ਜਿਹੜਾ ਉਹ ਬੰਦ ਕੀਤਾਗਾ ਔਰ ਰਾਸ਼ੀ ਜਿਹੜੀ ਆ ਉਹ ਜਾਰੀ ਹੋ ਰਹੀ ਆ। ਇਸੇ ਤਰ੍ਹਾਂ ਪਾਵਰ ਦੀ ਗੱਲ ਆ ਉਹ ਅਸੀਂ ਸਪਲਾਈ ਕਰ ਚੁੱਕੇ ਹਾਂ। ਸੋ ਮੇਰਾ ਕਹਿਣ ਦਾ ਭਾਵ ਆ ਸਰਕਾਰ ਨੇ ਹੁਣ ਤੱਕ GST ਦੇ ਵਿੱਚ ਪਹਿਲੀ ਵਾਰ ਹੋਇਆਗਾ ਕਿ 24.15% ਦਾ ਵਾਧਾ ਜਿਹੜਾ ਉਹ ਨੋਟ ਕੀਤਾਗਾ, 24.15% ਦਾ ਵਾਧਾ ਪਹਿਲੀ ਵਾਰ ਹੋਇਆਗਾ। ਔਰ ਡੈਟ ਦੀ ਸਰਵਿਸ, ਲੋਨ ਦੀ ਸਰਵਿਸ ਹੋਈ ਆ, ਲੋਨ ਵੱਧ ਮੋੜਿਆ ਗਿਆ, ਲੋਨ ਦੀ ਸਰਵਿਸ ਜਿਹੜੀ ਆ ਵੱਧ ਕੀਤੀ ਗਈ ਆ, ਲੋਨ ਨਵਾਂ ਜਿਹੜਾ ਘੱਟ ਲਿਆ ਗਿਆ ਹੈਗਾ। ਸੋ ਮੇਰਾ ਕਹਿਣ ਦਾ ਭਾਵ ਸਰਕਾਰ ਜਿਹੜੀ ਆ ਇੱਕ ਪ੍ਰੋਗਰੈਸਿਵ ਅੱਗੇ ਵਧ ਰਹੀ ਆ ਔਰ ਬਿਲਕੁਲ ਉਸ ਦਿਸ਼ਾ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਜੀ ਦੀਆਂ ਡਾਇਰੈਕਸ਼ਨ ਦੇ ਤਹਿਤ ਅਸੀਂ ਪੈਸਾ ਵੀ ਬਚਾ ਰਹੇ ਹਾਂ, ਲੋਕਾਂ ਨੂੰ ਸਹੂਲਤਾਂ ਵੀ ਦੇ ਰਹੇ ਹਾਂ। ਇੱਕ ਪਾਸੇ ਪਹਾੜ ਜਿੱਡਾ ਵੱਡਾ ਕਰਜ਼ਾ ਵੀ ਦਿਖਾਈ ਦੇ ਰਿਹਾ ਔਰ ਦੂਜੇ ਪਾਸੇ ਪੰਜਾਬ ਦੇ ਲੋਕਾਂ ਨੇ ਜਿੰਨੀਆਂ ਕਮਿਟਮੈਂਟਸ ਸਾਡੀ ਪਾਰਟੀ ਵੱਲੋਂ, ਸਾਡੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਵੱਲੋਂ ਕੀਤੀਆਂ ਗਈਆਂ ਸੀ, ਉਹ ਸਾਰੀਆਂ ਕਮਿਟਮੈਂਟਸ ਅਸੀਂ ਪੂਰੀਆਂ ਵੀ ਕਰ ਰਹੇ ਹਾਂ ਔਰ ਲੋਨ ਵੀ ਪੇ ਕਰ ਰਹੇ ਹਾਂਗੇ। ਧੰਨਵਾਦ ਜੀ। ਮੈਂ ਸਾਹਿਬ ਮੇਰਾ ਸਵਾਲ ਹੈ ਜੀ, ਹੁਣ ਕਿਉਂਕਿ GST ਕੰਪਨਸੇਸ਼ਨ ਬੰਦ ਹੋ ਜਾਣਾ ਤੇ ਉਹਦਾ ਅਲਟਰਨੇਟਿਵ ਤੁਸੀਂ ਕੀ ਲੱਭਿਆ? ਦੂਜੀ ਗੱਲ ਹੈ ਕਿ ਜੂਨ ਤੱਕ ਜਿਹੜੇ ਤੁਹਾਡੇ ਫਿਸਕਲ ਇੰਡੀਕੇਟਰ ਹੈ ਉਹ ਸ਼ੋਅ ਕਰ ਰਿਹਾ ਕਿ ਸ਼ਰਾਬ ਤੋਂ ਵੀ ਤੁਹਾਡੀ ਆਮਦਨ ਘਟੀ ਹੈ, ਤੁਹਾਡੀ ਪੈਟਰੋਲ ਤੋਂ ਵੀ ਆਮਦਨ 5% ਘਟੀ ਹੈ। ਉਹਦਾ ਕੀ ਕਾਰਨ ਹੈ, ਉਹ ਕਿਉਂ ਘਟੀ? ਉਹ ਜਿਹੜੀ ਜੂਨ ਦੇ ਮਹੀਨੇ ਇਹ ਜੀ ਪੰਜਾਬ ਦੇ ਜਿਹੜੇ ਆਡਿਟ ਜਿਹੜੀ ਕ੍ਰੈਕ ਦੀ ਰਿਪੋਰਟ ਉਹਦੇ ਵਿੱਚ ਇਹ ਆਇਆ ਕਿ ਤੁਹਾਡੀ ਇਨਕਮ ਘਟੀ ਹੈ। ਦੇਖੋ, ਸ਼ਰਾਬ ਦੀ ਜਿਹੜੀ ਇਨਕਮ ਆ ਉਹ ਨਹੀਂ ਘਟੀ ਹੈਗੀ। ਸ਼ਰਾਬ ਦੀ ਇਨਕਮ ਪਹਿਲੀ ਵਾਰ ਹੋਇਆ ਕਿ ਐਕਸਾਈਜ਼ ਪਾਲਿਸੀ ਦੇ ਰਾਹੀਂ ਸਾਡੀ ਇਨਕਮ ਜਿਹੜੀ ਆ ਉਹ ਵੱਧ ਰਹੀ ਆ, ਕਿਉਂਕਿ ਕਈ ਕਿਸ਼ਤਾਂ ਹੁੰਦੀਆਂ ਨੇਗੀਆਂ, ਕਿਸੇ ਦੀ ਕਿਸ਼ਤਾਂ ਆਉਣੀਆਂ ਹੁੰਦੀਆਂ ਜਿਨ੍ਹਾਂ ਨੂੰ ਅਸੀਂ ਅਲਾਟ ਕੀਤੇ ਨੇਗੇ, ਵੈਂਡਸ ਅਲਾਟ ਕੀਤੇ ਨੇ, ਠੇਕੇ ਅਲਾਟ ਕੀਤੇ ਨੇਗੀਆਂ, ਉਹਨਾਂ ਦੇ ਕਿਸ਼ਤਾਂ ਜਿਹੜੀਆਂ ਨੇਗੀਆਂ ਉਹ ਬਿਲਕੁਲ ਆ ਰਹੀਆਂ ਨੇ, ਡਿਊ ਕੋਰਸ ਆ ਰਹੀਆਂ ਨੇਗੀਆਂ। ਇਸ ਦੇ ਵਿੱਚੋਂ ਪਹਿਲੀ ਵਾਰ ਹੋਇਆਗਾ ਕਿ ਲਗਭਗ 20 ਸਾਲਾਂ ਬਾਅਦ ਐਕਸਾਈਜ਼ ਪਾਲਿਸੀ 'ਚ ਵੱਡਾ ਇੱਕ ਬਦਲਾਅ ਆਇਆਗਾ। ਉਸ ਬਦਲਾਅ ਦੇ ਤਹਿਤ ਸਾਡੀ ਇਨਕਮ ਦੇ ਵਿੱਚ ਇਜ਼ਾਫਾ ਹੋ ਰਿਹਾਗਾ। ਔਰ ਦੂਜਾ ਤੁਹਾਡਾ ਕੀ ਸਵਾਲ? ਦੂਸਰਾ ਜਿਹੜਾ GST ਕੰਪਨਸੇਸ਼ਨ ਬੰਦ ਹਾਂ, GST ਕੰਪਨਸੇਸ਼ਨ ਤੋਂ ਬੰਦ ਹੋਇਆ। ਲਾਸਟ ਜਿਹੜੀ ਮੀਟਿੰਗ ਸੀ ਜਿਹੜੀ GST ਕੌਂਸਲ ਦੀ ਮੀਟਿੰਗ ਸੀ ਉਹਨੂੰ ਪੰਜਾਬ ਨੇ ਹੋਸਟ ਕੀਤਾ, ਹਰਿਆਣੇ ਨੇ ਹੋਸਟ ਕੀਤਾ, ਚੰਡੀਗੜ੍ਹ ਨੇ, ਅਸੀਂ ਸਾਰੇ ਕੋ-ਹੋਸਟ ਸੀਗੇ ਉਸ ਮੀਟਿੰਗ ਦੇ ਵਿੱਚ। ਉਸ ਮੀਟਿੰਗ ਦੇ ਵਿੱਚ GST ਜਿਹੜੀ ਆ ਕੰਪਨਸੇਸ਼ਨ ਖਤਮ ਹੋਇਆਗਾ। ਉਹਦਾ ਮੁੱਦਾ ਪੰਜਾਬ ਵੱਲੋਂ ਉਸ GST ਕੌਂਸਲ ਦੇ ਵਿੱਚ ਸਭ ਤੋਂ ਪਹਿਲਾਂ ਮੈਂ, ਕਿਉਂਕਿ GST ਕੌਂਸਲ ਦਾ ਮੈਂਬਰ ਆਂਗਾ, ਉਸ ਦੇ ਵਿੱਚ ਰੇਜ਼ ਕੀਤਾ ਸੀਗਾ ਕਿ ਆਉਣ ਵਾਲੇ ਸਮੇਂ ਦੇ ਦੌਰਾਨ GST ਕੰਪਨਸੇਸ਼ਨ ਰਜੀਮ ਨੂੰ ਜਿਹੜਾ ਹੈਗਾ
ਹੋਰ ਵਧਾਇਆ ਜਾਵੇ, ਕਿਉਂਕਿ ਹਜੇ ਸਟੇਟਾਂ ਜਿਹੜੀਆਂ ਨੇਗੀਆਂ, ਰਾਜ ਜਿਹੜੇ ਨੇਗੇ ਉਹ ਆਪਣੇ ਪੈਰਾਂ ਤੇ ਚੰਗੀ ਤਰ੍ਹਾਂ ਖੜੇ ਨਹੀਂ ਹੋਏ ਹੈਗੇ। ਰਾਜਾਂ ਨੂੰ ਹੋਰ ਸਮਾਂ ਚਾਹੀਦਾਗਾ, ਔਰ ਉਸ ਤੋਂ ਬਾਅਦ ਬਹੁਤ ਸਾਰੇ ਹੋਰ ਰਾਜਾਂ ਨੇਗੀਆਂ, ਬਹੁਤ ਸਾਰੇ ਹੋਰ ਸਾਡੇ ਜਿਹੜੇ ਰਾਜ ਨੇਗੇ ਸਟੇਟ ਦੇ, ਉਹਨਾਂ ਨੇ ਵੀ ਜਿਹੜੀ ਆ ਇਹ ਮੰਗ ਰੇਜ਼ ਕੀਤੀ ਸੀਗੀ। ਔਰ ਗਵਰਨਮੈਂਟ ਆਫ ਇੰਡੀਆ ਵੱਲੋਂ ਸਾਡੇ ਜਿਹੜੇ ਫਾਈਨਾਂਸ ਮਿਨਿਸਟਰ ਨੇ ਮਾਨਯੋਗ ਨਿਰਮਲਾ ਸੀਤਾਰਮਨ ਜੀ, ਉਹਨਾਂ ਨੇ ਭਰੋਸਾ ਦਿਵਾਇਆ ਸੀ ਕਿ ਅਸੀਂ ਵਿਚਾਰ ਕਰ ਰਹੇ ਹਾਂਗੇ, ਪਰ ਲੇਕਿਨ ਹਜੇ ਗਵਰਨਮੈਂਟ ਆਫ ਇੰਡੀਆ ਨੇ ਕੋਈ ਡਿਸੀਜਨ ਨਹੀਂ ਲਿਆ। ਪਰ ਲੇਕਿਨ ਮੈਂ ਸੱਚ ਕਹਿਣਾਗਾ ਕਿ ਇਹ ਸਮਾਂਗਾ ਪੰਜਾਬ ਨੂੰ ਆਪਣੇ ਪੈਰਾਂ ਤੇ ਖੜੇ ਹੋਣ ਦਾ, ਆਪਦੀ ਜਿਹੜੀ ਆ ਕਲੈਕਸ਼ਨ ਨੂੰ ਠੀਕ ਕਰਨ ਦਾ, ਜਿੱਥੇ ਕਿਤੇ ਚੋਰ ਮੋਰੀਆਂ ਨੂੰ ਬੰਦ ਕਰਨ ਦਾ, ਉਹ ਬਿਲਕੁਲ ਉਸ ਡਾਇਰੈਕਸ਼ਨ ਵੱਲ ਸਰਕਾਰ ਜਿਹੜੀ ਆ ਕੰਮ ਕਰ ਰਹੀ ਹੈਗੀ। ਬਿਲਕੁਲ ਪੈਰਾਂ ਤੇ ਖੜੇ ਹੋਵਾਂਗੇ। ਪਰ ਲੇਕਿਨ ਅਫਸੋਸ ਪਿਛਲੇ 5 ਸਾਲਾਂ 'ਚ ਕਾਂਗਰਸ ਪਾਰਟੀ ਦੀ ਸਰਕਾਰ ਪੰਜਾਬ ਵਿੱਚ ਰਹੀ, ਇੱਕ ਵੀ ਯਤਨ ਨਹੀਂ ਕੀਤਾ ਗਿਆ ਕਿ ਪੰਜਾਬ ਨੂੰ ਪੈਰਾਂ ਤੇ ਕਿਵੇਂ ਖੜੇ ਕਰਨਾਗਾ। ਸਿਰਫ ਤੇ ਸਿਰਫ ਡਿਪੈਂਡ ਕਰਦੇ ਰਹੇ ਜੀਐਸ ਜਿਹੜਾ ਕੰਪਨਸੇਸ਼ਨ ਦੇ ਤੇ। ਹੁਣ ਜਿਹੜਾ ਕੰਪਨਸੇਸ਼ਨ ਬੰਦ ਹੋ ਗਿਆ, ਪਰ ਲੇਕਿਨ ਸਾਡੀ ਸਰਕਾਰ ਦੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਡਿਊਟੀ ਲਾਈ ਆ, ਸਾਰੇ ਅਫਸਰ ਸਾਹਿਬਾਨ ਦੀ, ਮੇਰੀ ਡਿਊਟੀ ਲਾਈ ਆ। ਅਸੀਂ ਹਰੇਕ ਖਿੱਤੇ ਦੇ ਵਿੱਚ ਆਪਣੀ ਜਿਹੜੀ ਆ ਕਲੈਕਸ਼ਨ ਵੀ ਵਧਾ ਰਹੇ ਹਾਂ ਬਗੈਰ ਕੋਈ ਨਵਾਂ ਟੈਕਸ ਲਾਏ। ਸਭ ਤੋਂ ਵੱਡੀ ਗੱਲ ਆ ਕਿ ਬਗੈਰ ਕੋਈ ਟੈਕਸ ਲਾਏ ਜਿਹੜੀ ਆ 24% ਦੀ ਗਰੋਥ ਹੋਈ ਆ। ਇੱਕ ਬਹੁਤ ਹੀ ਰਿਮਾਰਕੇਬਲ ਜਿਹੜਾ ਸਟੈਪ ਆ ਸਰਕਾਰ ਦਾ।